ਇੱਥੇ ਜਿਹੜਾ ਕਾਨੂੰਨ ਹੈ ਨਾ ਉਹ ਤਾਕਤਵਰ ਲੋਕਾਂ ਲਈ ਹੋ ਰਿਹਾ ਤੇ ਆਮ ਗਰੀਬ ਗੁਰਬਿਆਂ ਵਾਸਤੇ ਹੋ ਰਿਹਾ। ਨਾ ਕਿਸੇ ਬਾਦਲ ਨੂੰ ਸਜ਼ਾ ਹੋਈ, ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਖਾ ਗਏ, ਨਾ ਕਿਸੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੋਈ। ਇਸ ਵਿਅਕਤੀ ਨੂੰ ਕਦੀ ਵੀ ਉਹ ਸਜ਼ਾ ਨਹੀਂ ਹੋਣ ਦੇਣਗੇ। ਇੱਕ ਪਾਸੇ ਬਾਦਲ ਦਾ ਟੱਬਰ ਕਹਿੰਦਾ ਅਸੀਂ ਪੰਥਕ ਆ, ਅਸੀਂ ਅਕਾਲੀ ਆ, ਅਸੀਂ ਸਿੱਖ ਹਿਤੈਸ਼ੀ ਆ, ਅਸੀਂ ਪੰਜਾਬ ਹਿਤੈਸ਼ੀ ਆ, ਤੇ ਡੀਜੀਪੀ ਉਸ ਨੂੰ ਲਾਉਂਦੇ ਨੇ ਜਿਹੜਾ ਪੰਜਾਬ ਦਾ ਕਾਤਲ ਸੀ, ਜਿਹੜਾ ਸਿੱਖਾਂ ਦਾ ਕਾਤਲ ਸੀ, ਜਿਹੜਾ 29 ਸਾਲ ਪੁਰਾਣੇ ਇੱਕ ਸਿੱਖ ਨੌਜਵਾਨ ਦੇ ਅਗਵਾ ਕਰਨ ਦੇ ਮਾਮਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਅਦਾਲਤ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਲਗਾਤਾਰ ਫਰਾਰ ਨੇ। ਸਿੱਖ ਭਾਈਚਾਰਾ ਉਕਤ ਡੀਜੀਪੀ ਨੂੰ ਖਾੜਕੂਵਾਦ ਦੇ ਦੌਰ ਵਿੱਚ ਪੰਜਾਬ ਦੇ ਨਿਰਦੋਸ਼ ਸਿੱਖ ਨੌਜਵਾਨਾਂ ਤੇ ਜ਼ੁਲਮ ਢਾਉਣ ਦਾ ਦੋਸ਼ੀ ਮੰਨਦੀ ਹੈ ਅਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਸਿੱਖ ਭਾਈਚਾਰਾ ਸੰਤੁਸ਼ਟ ਹੈ ਅਤੇ ਜਲਦ ਹੀ ਮੁਲਜ਼ਮ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। ਪਰ ਇਸ ਪੂਰੇ ਮਸਲੇ ਤੇ ਪੰਜਾਬ ਦਾ ਕੋਈ ਵੀ ਸਿਆਸਤਦਾਨ ਹਾਲੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਸੀ ਤੇ ਅੱਜ ਪੰਜਾਬ ਅਸੈਂਬਲੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਹਮਣੇ ਆ ਹੀ ਗਏ ਨੇ। ਸੁਖਪਾਲ ਸਿੰਘ ਖਹਿਰਾ ਨੇ ਸੁਮੇਧ ਸੈਣੀ ਦੇ ਪਾਵਰ ਵਿੱਚ ਹੁੰਦਿਆਂ ਹੋਇਆਂ ਕੀਤੇ ਸਾਰੇ ਕਾਲੇ ਕਾਰਨਾਮੇ ਫਰੋਲ ਕੇ ਰੱਖ ਦਿੱਤੇ ਨੇ। ਖਹਿਰਾ ਨੇ ਸੈਣੀ ਦੀ ਰਬੇਰੋ ਤੇ ਕੇਪੀਐਸ ਗਿੱਲ ਨਾਲ ਮਿਲੀਭੁਗਤ ਦੇ ਖੁਲਾਸੇ ਕਰਦਿਆਂ ਸੈਣੀ ਤੇ ਅਕਾਲੀਆਂ ਦੇ ਸੰਬੰਧਾਂ ਬਾਰੇ ਵੀ ਖੁੱਲ੍ਹੇ ਬਿਆਨ ਦਿੱਤੇ ਨੇ। ਮੈਂ ਤੁਹਾਡੇ ਨਾਲ ਸੁਮੇਧ ਸਿੰਘ ਸੈਣੀ ਜਿਹੜਾ ਡੀਜੀਪੀ ਸੀ ਪੰਜਾਬ ਦਾ ਅਖੌਤੀ ਪੰਥਕ ਅਕਾਲੀ ਦਲ ਦੀ ਸਰਕਾਰ ਵੇਲੇ, ਉਸ ਮੁਤਲਕ ਚੰਦ ਗੱਲਾਂ ਕਰਨੀਆਂ ਔਰ ਖਾਸ ਤੌਰ ਤੇ ਗੱਲ ਇਹ ਕਰਨੀ ਆ ਕਿ ਇਹ ਜਿਹੜਾ ਆਫਸਰ ਸੀਗਾ ਇਹ ਇੱਕ ਇਨਕਾਊਂਟਰ ਸਪੈਸ਼ਲਿਸਟ ਸੀ। ਯਾਨੀ ਕਿ ਇਸ ਨੇ ਜਦੋਂ ਵੀ ਪੰਜਾਬ 'ਚ 80 ਤੇ 90 ਦੇ ਦਹਾਕੇ ਵਿੱਚ ਲੱਗਿਆ ਰਿਹਾ ਬਤੌਰ ਐਸਐਸਪੀ ਵੀ, ਇਹਦੇ ਤੇ ਬਹੁਤ ਸੰਗੀਨ ਇਲਜ਼ਾਮ ਸਨ ਸਿੱਖ ਨੌਜਵਾਨਾਂ ਨੂੰ ਚੱਕ ਕੇ ਤੇ ਇਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣਾ, ਚੱਡੇ ਪਾੜਨੇ, 3rd ਡਿਗਰੀ ਟਾਰਚਰ। ਔਰ ਇਹ ਇਨਕਾਊਂਟਰ ਸਪੈਸ਼ਲਿਸਟ ਉਸੇ ਟੀਮ ਦਾ ਹਿੱਸਾ ਵਾ, ਕੇਪੀਐਸ ਗਿੱਲ ਦਾ, ਜੇਐਫ ਰਬੇਰੋ ਦਾ। ਔਰ ਇਹ ਸਾਰੀਆਂ ਜਿਹੜੀਆਂ ਇਹਦੇ ਕਰਤੱਵ ਸੀਗੇ ਇਹ 80 ਤੇ 90 ਦੇ ਦਹਾਕੇ ਵਿੱਚ ਬਹੁਤ ਮਸ਼ਹੂਰ ਸੀਗੇ। ਇਹ ਜਦ ਇਸ ਤੋਂ ਪਹਿਲਾਂ ਕਿ ਮੈਂ ਬਾਕੀ ਡਿਟੇਲਸ ਵਿੱਚ ਜਾਵਾਂ, ਇਹ ਸੁਮੇਧ ਸਿੰਘ ਸੈਣੀ ਨੇ ਬਤੌਰ ਐਸਐਸਪੀ ਫਰੀਦਕੋਟ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਰਿਸ਼ਤੇਦਾਰ ਨੂੰ ਇੱਕ ਵਾਰ ਰਾਤ ਨੂੰ ਜਾ ਕੇ ਦਾਰੂ ਪੀ ਕੇ ਉਸ ਨੂੰ ਬਹੁਤ ਉਹਨੂੰ ਚੱਕ ਲਿਆ ਸੀਗਾ ਤੇ ਬਹੁਤ ਮੁਸ਼ਕਿਲ ਨਾਲ ਬਾਦਲ ਨੇ ਉਸ ਵਕਤ ਦੇ ਗਵਰਨਰ ਨੂੰ ਮਿੰਤਾਂ ਤਰਲੇ ਕੱਢ ਕੇ ਉਸ ਨੂੰ ਛੁਡਾਇਆ ਸੀਗਾ। ਉਸ ਤੋਂ ਇਲਾਵਾ ਇੱਕ ਫੌਜੀ ਅਫਸਰ ਨੂੰ, ਮੇਰੇ ਖਿਆਲ ਸ਼ਾਇਦ ਕਰਨਲ ਨੂੰ, ਬਤੌਰ ਐਸਐਸਪੀ ਚੰਡੀਗੜ੍ਹ ਇਸ ਨੇ ਉਹਦੇ ਬਹੁਤ ਵਰਦੀ ਵਿੱਚ ਤੋਹੀਨ ਕੀਤੀ, ਉਹਨੂੰ ਵੀ ਟਾਰਚਰ ਕੀਤਾ, ਉਹਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਜਿਹੜੇ ਇਹਦੇ ਰਜਿਸਟਰਡ ਮਾਮਲੇ ਨੇ ਉਹ ਇਸ ਵਕਤ ਜਿਹੜੇ ਨੇ ਉਹ ਤੁਸੀਂ ਸਭ ਨੇ ਦੇਖ ਲਿਆ ਕਿ ਮੋਹਾਲੀ ਪੁਲਿਸ ਸਟੇਸ਼ਨ ਵਿੱਚ ਹੁਣ ਮੌਜੂਦਾ ਸਰਕਾਰ ਨੇ ਅਬਡਕਸ਼ਨ ਯਾਨੀ ਕਿ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੁਮੇਧ ਸਿੰਘ ਸੈਣੀ ਤੇ। ਬਲਵੰਤ ਸਿੰਘ ਮੁਲਤਾਨੀ ਇੱਕ ਨੌਜਵਾਨ ਸੀ, ਇੰਜੀਨੀਅਰਿੰਗ ਕੀਤੀ ਸੀ, ਇੱਥੇ ਇੰਡਸਟਰੀਅਲ ਡਿਪਾਰਟਮੈਂਟ ਵਿੱਚ ਨੌਕਰੀ ਕਰਦਾ ਸੀ। ਉਹਦੇ ਜਿਹੜੇ ਪਿਤਾ ਸੀ ਦਰਸ਼ਨ ਸਿੰਘ ਮੁਲਤਾਨੀ, ਹੁਣ ਉਹ ਸਵਰਗਵਾਸ ਹੋ ਚੁੱਕੇ ਨੇ। ਉਹ ਸਾਡੇ ਹਲਕਾ ਭਲੱਥ ਦੇ ਗਵਾਂਢੀ ਹਲਕੇ ਸ਼ਹਿਰ ਜਲਾਲਪੁਰ ਉਹਨਾਂ ਦਾ ਪਿੰਡ ਸੀਗਾ। ਉਸ ਬਲਵੰਤ ਸਿੰਘ ਮੁਲਤਾਨੀ ਨੂੰ ਇਹਨੇ ਮੋਹਾਲੀ ਤੋਂ ਚੱਕ ਕੇ ਬਤੌਰ ਐਸਐਸਪੀ ਚੰਡੀਗੜ੍ਹ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੀਗਾ। ਇਹ ਗੱਲ ਹੈ 1991 ਦੀ, 29 ਸਾਲ ਪੁਰਾਣੀ। ਉਸ ਦਰਸ਼ਨ ਸਿੰਘ ਮੁਲਤਾਨੀ ਨੇ ਆਈਏਐਸ ਅਫਸਰ ਹੁੰਦਿਆਂ ਪੰਜਾਬ ਦੇ ਵਿੱਚ ਪੂਰੀ ਵਾਹ ਲਈ, ਲੇਕਿਨ ਉਹਦੀ ਪੇਸ਼ ਨਹੀਂ ਗਈ। ਅਲਟੀਮੇਟਲੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਇਮਾਨਦਾਰ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਉਹਦੇ ਵਿੱਚ ਸੀਬੀਆਈ ਇਨਕੁਆਇਰੀ ਆਰਡਰ ਕੀਤੀ ਔਰ ਸੀਬੀਆਈ ਨੇ 70 ਗਵਾਹਾਂ ਦੀ ਡਿਟੇਲ ਸਟੇਟਮੈਂਟ ਲੈ ਕੇ ਬਹੁਤ ਪੁਖਤਾ ਕਾਰਵਾਈ ਕਰਕੇ ਤੇ ਇਹਦੇ ਖਿਲਾਫ ਐਫਆਈਆਰ ਦਰਜ ਕੀਤੀ ਸੁਮੇਧ ਸਿੰਘ ਸੈਣੀ ਦੇ ਖਿਲਾਫ। ਲੇਕਿਨ ਕਿਉਂਕਿ ਇਹ ਤਾਕਤਵਰ ਲੋਕ ਨੇ ਔਰ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੇ ਕਨੈਕਸ਼ਨ ਦਿੱਲੀ ਤੱਕ ਜੁੜੇ ਨੇ, ਇਸ ਨੇ ਜਾ ਕੇ ਸੁਪਰੀਮ ਕੋਰਟ ਵਿੱਚ ਆਪਣੀ ਐਫਆਈਆਰ ਕੁਆਸ਼ ਕਰਾ ਲਈ। ਉਹ ਮਾਮਲਾ ਉੱਥੇ ਹੀ ਠੱਪਿਆ ਗਿਆ, ਜਿਹੜਾ ਕਿ ਹੁਣ 29 ਸਾਲ ਬਾਅਦ ਮੋਹਾਲੀ ਦੀ ਪੁਲਿਸ ਨੇ ਦੁਬਾਰਾ ਇੱਕ ਵਾਰ ਅਬਡਕਸ਼ਨ ਦਾ, ਅਗਵਾ ਕਰਨ ਦਾ ਮਾਮਲਾ ਉਸੇ ਹੀ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਨੂੰ ਲੈ ਕੇ ਦਰਜ ਕੀਤਾ। ਉਹਦੇ ਵਿੱਚ ਹੁਣ ਸੁਮੇਧ ਸਿੰਘ ਸੈਣੀ ਜਿਹੜਾ ਹੈ ਉਹ ਜ਼ਮਾਨਤ ਵਗੈਰਾ ਲਈ ਆਪਣੇ ਅਦਾਲਤ ਵਿੱਚ ਗਿਆ ਹੈ। ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਔਨ ਰਿਕਾਰਡ ਮੈਟਰਸ ਹੈ, ਜਿਹੜੇ ਗੈਰ ਕਾਨੂੰਨੀ ਕੰਮ ਕੀਤੇ, ਜਿਹੜੇ ਲੋਕਾਂ ਦੀ ਨਿਗਾਹ 'ਚ ਨਹੀਂ, ਉਹਨੂੰ ਛੱਡ ਦਈਏ ਆਪਾਂ। ਇੱਕ ਸੈਣੀ ਮੋਟਰਸ ਬਹੁਤ ਇੰਪੋਰਟੈਂਟ, ਇਹਦੇ ਰਿਸ਼ਤੇਦਾਰਾਂ ਦੀ ਫਰਮ ਸੀਗੀ ਲੁਧਿਆਣੇ ਵਿੱਚ, ਐਸਐਸਪੀ ਸੀ ਲੁਧਿਆਣੇ ਵਿੱਚ 1994 ਵਿੱਚ। ਇਸ ਨੇ ਉਹਨਾਂ ਦੇ ਜਿਹੜੇ ਚੀਫ ਫਾਈਨੈਂਸਰ ਸੀਗੇ ਵਿਨੋਦ ਕੁਮਾਰ, ਅਸ਼ੋਕ ਕੁਮਾਰ ਤੇ ਮੁਖਤਿਆਰ ਸਿੰਘ ਉਹਨਾਂ ਦਾ ਡਰਾਈਵਰ, ਉਹਨਾਂ ਨੂੰ 1994 ਵਿੱਚ ਚੱਕ ਕੇ ਕਿਹਾ ਤਾਂ ਇਹ ਗਿਆ ਕਿ ਇੰਡਕਸ਼ਨ ਫਰਨਸ ਜਿਹੜਾ ਹੁੰਦਾ ਵਾ ਭੱਠੀ ਦੇ ਵਿੱਚ ਸੁੱਟ ਕੇ ਮਾਰ ਦਿੱਤੇ ਟੌਰਚਰ ਕਰਨ ਤੋਂ ਬਾਅਦ।
ਉਸ ਦੇ ਪਰਿਵਾਰ ਨੇ ਆਸ਼ੀਸ਼ ਆਲੂਵਾਲੀਆ ਮੇਰੇ ਨਾਲ ਵੀ ਸੰਪਰਕ 'ਚ ਰਹੇ ਅਤੇ ਉਹਨਾਂ ਦੀ ਇੱਕ ਮਾਤਾ ਸੀ 95 ਸਾਲ ਦੀ ਹੋ ਕੇ ਮਰੀ ਆ ਮਾਤਾ ਅਮਰ ਕੌਰ ਦਿੱਲੀ ਵਿੱਚ। ਉਹਨਾਂ ਨੇ ਉਹ ਕੇਸ 1994 ਤੋਂ ਲੈ ਕੇ ਹੁਣ ਤੱਕ ਦਿੱਲੀ ਦੀ CBI ਅਦਾਲਤ ਵਿੱਚ ਲੜ ਰਿਹਾ ਵਾ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਤਾਕਤਵਰ ਲੋਕ ਨੇ। ਅਗਰ ਇਹਨਾਂ ਦੇ ਮਾਮਲਾ, ਪਹਿਲੀ ਗੱਲ ਤਾਂ ਇਹਨਾਂ ਦੇ ਖਿਲਾਫ ਮਾਮਲਾ ਕੋਈ ਦਰਜ ਹੀ ਨਹੀਂ ਹੁੰਦਾ, ਅਗਰ ਦਰਜ ਵੀ ਹੋ ਜੇ ਉਹ ਫਿਰ 30 ਸਾਲ ਕੇਸ ਚੱਲਦਾ ਰਹਿੰਦਾ ਅਦਾਲਤਾਂ ਦੇ ਵਿੱਚ, 30 ਸਾਲ। ਇਹ ਭਰਾਓ ਕਿੱਥੋਂ ਦਾ ਇਨਸਾਫ ਹੈ? ਉਹ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜਦ ਤੁਸੀਂ 30-35 ਸਾਲ ਹੀ ਲੰਘਾ ਦਿੱਤੇ, ਜਿਹੜੇ ਹੁਣ ਸੁਮੇਧ ਸਿੰਘ ਸੈਣੀ ਨਾਲ ਕੋ-ਐਕਿਊਜ਼ ਨੇ ਬਲਦੇਵ ਸਿੰਘ SP ਤੇ ਸਤਵੀਰ ਸਿੰਘ DSP, ਇਹਨਾਂ 'ਚ ਬਹੁਤ ਸਾਰੇ ਅਫਸਰ ਮਰ ਚੁੱਕੇ ਨੇ ਜਿਹੜਾ FIR ਮੋਹਾਲੀ ਵਿੱਚ ਦਰਜ ਕੀਤੀ ਹੈ, ਤਾਂ ਉਹਦੀ ਕੀ ਕੀਮਤ ਰਹੇਗੀ? ਔਰ ਦਰਸ਼ਨ ਸਿੰਘ ਮੁਲਤਾਨੀ ਆਪਣੇ ਪੁੱਤ ਦੀ ਲੜਾਈ ਲੜਦਾ ਮਰ ਚੁੱਕਿਆ, ਉਹਦੀ ਕੀ ਕੀਮਤ ਰਹੇਗੀ? ਅਮਰ ਕੌਰ ਆਪਣੇ ਬੱਚਿਆਂ ਦੀ ਲੜਾਈ CBI ਦੀ AK ਮਹਿੰਦੀ ਰੱਤਾ ਸਪੈਸ਼ਲ CBI ਜੱਜ ਦਿੱਲੀ ਦੀ ਅਦਾਲਤ ਵਿੱਚ 30 ਸਾਲ ਤੋਂ ਲੜਾਈ ਲੜ ਰਹੀ ਸੀਗੀ, 95 ਸਾਲ ਦੀ ਹੋ ਕੇ ਮਰ ਗਈ, ਉਹਦੀ ਕੀ ਵੈਲਿਊ ਰਹੇਗੀ? ਜਿਹੜਾ ਅੱਜ ਮੈਂ ਨੁਕਤਾ ਤੇ ਮੁੱਦਾ ਉਠਾਉਣਾ ਵਾ ਕਿ ਠੀਕ ਹੈ, ਕਾਂਗਰਸ ਸਰਕਾਰ ਇਦਾਂ ਦੇ ਅਫਸਰਾਂ ਨੂੰ ਵਰਤਦੀ ਆ, ਐਨਕਾਊਂਟਰ ਕਰਾਉਂਦੀ ਸੀ, ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਨੂੰ ਮਰਵਾਉਂਦੀ, ਸਾਰੇ ਦੇਸ਼ ਵਿੱਚ ਇਹ ਪ੍ਰਕਿਰਿਆ ਚੱਲਦੀ ਰਹੀ ਆ। ਕਾਂਗਰਸ ਤੇ ਆਪਾਂ ਇਹ ਵੀ ਕਹਿੰਦੇ ਕਿ ਇਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਸ ਤੋਂ ਬਾਅਦ 1984 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਕਤਲੇਆਮ ਹੋਇਆ, ਉਹਦੇ 'ਚ ਵੀ ਕੋਈ ਇਨਸਾਫ ਨਹੀਂ ਮਿਲਿਆ। 35 ਸਾਲ ਹੋ ਗਏ ਲੋਕੀ ਅਦਾਲਤਾਂ ਵਿੱਚ ਧੱਕੇ ਖਾ ਰਹੇ ਨੇ, ਕੋਈ ਇਨਸਾਫ ਨਹੀਂ ਮਿਲਿਆ। ਪਰ ਜਿਹੜੀ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਂਦੀ ਆ ਬਾਦਲ ਪਰਿਵਾਰ ਦੀ, ਜਿਨ੍ਹਾਂ ਨੇ 1997 ਦੇ ਵਿੱਚ ਪਹਿਲੀ ਵਾਰ ਸਰਕਾਰ ਬਣਾਈ, 1984 ਦੇ ਉੱਪਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਸੇ ਹੀ ਆਫਸਰ ਨੂੰ ਇਹਨਾਂ ਨੇ ਸੁਮੇਧ ਸਿੰਘ ਸੈਣੀ ਨੂੰ ਪਿਕਅਪ ਕਰਕੇ ਇੰਪੋਰਟੈਂਟ ਪੋਜੀਸ਼ਨਸ ਤੇ ਰੱਖਿਆ। ਜਦੋਂ 2007 ਵਿੱਚ ਦੁਬਾਰਾ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਦੀ, ਇਸੇ ਹੀ ਬਾਦਲ ਪਰਿਵਾਰ ਨੇ ਇਸ ਨੂੰ ਚੀਫ ਡਾਇਰੈਕਟਰ ਵਿਜੀਲੈਂਸ ਲਵਾ ਕੇ, ਔਰ ਜਿਹੜਾ ਮੁਕੱਦਮਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਿਟੀ ਸੈਂਟਰ ਤੇ ਜਿਹੜਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਘੁਟਾਲਿਆਂ ਦਾ ਸੀਗਾ, ਉਹ ਇਸੇ ਸੁਮੇਧ ਸਿੰਘ ਸੈਣੀ ਨੇ ਦਰਜ ਕੀਤਾ ਸੀਗਾ। ਔਰ ਉਸ ਤੋਂ ਬਾਅਦ ਇਹਦੇ ਤੋਂ ਇੰਨੇ ਖੁਸ਼ ਹੋਏ ਅਕਾਲੀ ਦਲ ਦੀ ਅਖੌਤੀ ਪੰਥਕ ਸਰਕਾਰ ਕਿ ਇਸ ਨੂੰ ਉਹਨਾਂ ਨੇ ਪੰਜਾਬ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਲਾਤਾ, ਸਭ ਤੋਂ ਉੱਚੇ ਅਹੁਦੇ ਤੇ। ਇਹ ਭੁੱਲ ਗਏ ਕਿ ਇਸ ਸੁਮੇਧ ਸਿੰਘ ਸੈਣੀ ਤੇ ਸਿੱਖ ਨੌਜਵਾਨਾਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਇਲਜ਼ਾਮ ਨੇ, ਚੱਡੇ ਪਾੜਨ ਦੇ ਇਲਜ਼ਾਮ ਨੇ, ਬਾਦਲ ਟੱਬਰ ਦੇ ਇੱਕ ਇੰਪੋਰਟੈਂਟ ਇਹਦੇ ਰਿਸ਼ਤੇਦਾਰ ਨੂੰ ਚੱਕ ਕੇ ਪੁਲਿਸ ਕਸਟਡੀ ਵਿੱਚ ਰੱਖਣ ਦੇ ਇਲਜ਼ਾਮ ਸੀ। ਔਰ ਇਸ ਤੋਂ ਇਲਾਵਾ ਜਿਹੜਾ ਉਹ ਪੂਲਾ ਨਿਹੰਗ ਸੀ, ਉਹਦੇ ਕੋਲੋਂ ਅਨੇਕਾਂ ਕਤਲ ਕਰਵਾਏ, ਜਿੱਦਾਂ ਜਟਾਨਾ ਪਰਿਵਾਰ ਇੱਕ ਰੋਪੜ ਦਾ ਜ਼ਿਲ੍ਹੇ ਦਾ ਸੀਗਾ, ਉਹਦੇ ਦਾਦੇ ਤੋਂ ਲੈ ਕੇ 94 ਸਾਲ ਦੇ ਦਾਦੇ ਤੋਂ ਲੈ ਕੇ 6-7 ਸਾਲ ਦੀ ਬੱਚੀ, ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਕਤਲ ਕੀਤਾ, ਫਿਰ ਉਹਨਾਂ ਨੂੰ ਘਰ ਵਿੱਚ ਅੱਗ ਲਾ ਕੇ ਸਾੜ ਦਿੱਤਾ। ਇਸੇ ਸੁਮੇਧ ਸਿੰਘ ਸੈਣੀ ਦੀ ਚਾਲ ਸੀਗੀ, ਕਿਉਂਕਿ ਪੂਲੇ ਵਰਗੇ ਜਾਂ ਜਿਹੜੇ ਹੋਰ ਕੈਟ ਪਾਲੇ ਸੀਗੇ, ਉਹ ਇਸੇ ਸੁਮੇਧ ਸਿੰਘ ਸੈਣੀ ਦੇ ਪਾਲੇ ਹੋਏ ਕੈਟ, ਪਾਲਤੂ ਬਿੱਲੀਆਂ ਸੀ ਪੰਜਾਬ ਵਿੱਚ, ਜਿਹੜੀਆਂ ਬਣਦੀਆਂ ਗੁਰਸਿੱਖ ਭੇਸ ਵਿੱਚ ਜਾ ਕੇ ਨੌਜਵਾਨਾਂ ਦੇ ਉਸ ਵਕਤ ਮਿਲੀਟੈਂਟਸ ਦੇ ਰੈਂਕ ਵਿੱਚ ਇਨਫਿਲਟਰੇਟ ਕਰਕੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਉਂਦੇ ਸੀ। ਔਰ ਮੇਰਾ ਖਿਆਲ ਹੈ ਕਿ ਜਾਨ ਤਾਂ ਸਾਰਿਆਂ ਨੇ ਵਾਹਿਗੁਰੂ ਉਸ ਪਰਮਾਤਮਾ ਨੂੰ ਦੇਣੀ ਆ। ਮੈਂ ਜੇ ਗਲਤ ਨਾ ਹੋਵਾਂ ਤਾਂ ਇਹਨਾਂ ਲੋਕਾਂ ਨੇ, ਸੁਮੇਧ ਸਿੰਘ ਸੈਣੀ ਵਰਗਿਆਂ ਨੇ, ਸੈਂਕੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, 3rd ਡਿਗਰੀ ਟਾਰਚਰ ਕੀਤਾ, ਚੱਡੇ ਪਾੜੇ। ਤੋ ਚਲੋ ਇਹ ਹੁਣ ਕਾਰਵਾਈ ਚੱਲੇਗੀ। ਹੁਣ 30 ਸਾਲ ਬਾਅਦ ਦੁਬਾਰਾ FIR ਦਰਜ ਹੋਈ ਆ, ਪਤਾ ਨਹੀਂ 30-35 ਸਾਲ ਹੋਰ ਲੱਗਣਗੇ ਕਿਸੇ ਅੰਜਾਮ ਤੱਕ ਜਾਣ ਲਈ। ਇਹ ਸੁਮੇਧ ਸਿੰਘ ਸੈਣੀ ਨੂੰ ਸਜ਼ਾ ਦਿਵਾਉਣ ਤੱਕ 30-35 ਸਾਲ ਵਾਲੇ ਸ਼ਾਇਦ ਹੋਰ ਲੱਗ ਸਕਦੇ ਨੇ। ਪਰ ਮੈਨੂੰ ਜਿਹੜਾ ਦੁੱਖ ਤੇ ਅਫਸੋਸ ਹੈ ਕਿ ਇਸ ਤਰ੍ਹਾਂ ਦੇ ਅਫਸਰ ਨੂੰ, ਟੇਂਟਡ ਦਾਗੀ ਅਫਸਰ ਨੂੰ, ਐਂਟੀ ਸਿੱਖ ਅਫਸਰ ਨੂੰ, ਐਂਟੀ ਪੰਜਾਬ ਅਫਸਰ ਨੂੰ, ਇਸ ਜਿਹਦੇ ਤੇ CBI ਦੀ ਅਦਾਲਤ ਵਿੱਚ ਅਬਡਕਸ਼ਨ ਤੇ ਮਰਡਰ ਦੇ ਕੇਸਿਸ ਚੱਲਦੇ ਹੋਣ, ਜਿਸ ਨੇ ਇੱਕ ਪੰਜਾਬ ਦੇ ਦਰਸ਼ਨ ਸਿੰਘ ਮੁਲਤਾਨੀ IAS ਅਫਸਰ ਦੇ ਨੌਜਵਾਨ ਨੂੰ ਚੱਕ ਕੇ, ਇੰਜੀਨੀਅਰ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਹੋਵੇ, ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੀ ਨੂੰਹ ਜਿਹੜੀ ਹਰਸਿਮਰਤ ਕੌਰ ਬਾਦਲ, ਇਸ ਆਦਮੀ ਨੂੰ ਨਵਾਜ ਕੇ ਤੇ ਪੰਜਾਬ ਦਾ DGP ਲਾਉਣ। ਇਸ ਨੂੰ ਮਤਲਬ ਉਹਦਾ ਇਨਾਮ ਦੇ ਰਹੇ ਸੀਗੇ ਕਿ ਤੁਸੀਂ ਸਾਡੇ ਨੌਜਵਾਨਾਂ ਨਾਲ ਜੋ ਕਤਲੋ ਗਾਰਤ ਕੀਤੀ ਆ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਅਸੀਂ ਤੈਨੂੰ ਇਨਾਮ ਦੇ ਕੇ ਤੈਨੂੰ ਇੱਥੇ ਬਣਾ ਰਹੇ ਹਾਂ। ਔਰ ਦੋਸਤੋ, ਇਹਦੇ ਤੋਂ ਫਿਰ ਗੁਨਾਹ ਹੋਇਆ ਜਦੋਂ ਬੇਅਦਬੀ ਦਾ ਮਾਮਲਾ ਆਇਆ 2015 ਦੇ ਵਿੱਚ। DGP ਸੀਗਾ, ਕਿਸੇ ਬੇਅਦਬੀ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਦੇਣ ਦਿੱਤੀ ਇਸ ਆਦਮੀ ਨੇ। ਔਰ ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲਿਆਂ ਨੇ 2 ਬਹਿਬਲ ਕਲਾਂ ਦੇ ਵਿੱਚ ਸਿੱਖ ਨੌਜਵਾਨ ਮਾਰੇ, ਇਹੀ DGP ਸੀਗਾ। ਇਸਨੇ ਉਸ ਪੁਲਿਸ ਵਾਲਿਆਂ, ਇਸੇ ਨੇ ਪੁਲਿਸ ਭੇਜ ਕੇ ਉੱਥੇ ਗੋਲੀ ਚਲਵਾਈ। ਇਹਨੇ ਕਿਸੇ ਪੁਲਿਸ ਵਾਲੇ ਦੇ ਖਿਲਾਫ, ਇੱਕ ਹੌਲਦਾਰ ਦੇ ਖਿਲਾਫ ਵੀ FIR ਦਰਜ ਨਹੀਂ ਹੋਣ ਦਿੱਤੀ।
ਔਰ ਇੱਥੇ ਹੀ ਬਸ ਨਹੀਂ, ਇਸ ਆਦਮੀ ਨੂੰ ਹਾਰ ਕੇ ਅਕਾਲੀਆਂ ਨੂੰ, ਬਾਦਲਾਂ ਨੂੰ ਫਿਰ ਰਿਮੂਵ ਕਰਨਾ ਪਿਆ, ਪਬਲਿਕ ਪ੍ਰੈਸ਼ਰ ਪਿਆ, ਹਾਹਾਕਾਰ ਮਚੀ ਤੇ ਫਿਰ ਇਸ ਨੂੰ ਉਹਨਾਂ ਨੇ ਡੀਜੀਪੀ ਦੇ ਅਹੁਦੇ ਤੋਂ ਹਟਾਇਆ। ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਜਾਂਚ ਹੈ, ਜਿਹੜੀ ਸੈਂਕੜੇ ਪੇਜਾਂ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਪੇਸ਼ ਹੋਈ, ਇਸ ਵਿਅਕਤੀ ਨੇ, ਸੁਮੇਧ ਸਿੰਘ ਸੈਣੀ ਨੇ ਜਸਟਿਸ ਰਣਜੀਤ ਸਿੰਘ ਦੇ ਨੂੰ ਐਫੀਡੇਵਿਟ ਸਬਮਿਟ ਕੀਤਾ ਔਰ ਉਸ ਐਫੀਡੇਵਿਟ ਵਿੱਚ ਉਹਨੇ ਮੰਨਿਆ ਵਾ ਕਿ ਜਿੱਦਣ 2015 ਦੀ 14 ਅਕਤੂਬਰ ਦੀ ਤੜਕੇ ਸਵੇਰੇ ਬਾਈਬਲ ਕਲਾਂ ਵਿੱਚ ਤੇ ਕੋਟਕਪੂਰੇ ਗੋਲੀ ਚੱਲੀ ਆ, ਉਸ ਦਿਨ ਸਵੇਰੇ ਤੜਕੇ 2 ਵਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੈਨੂੰ ਟੈਲੀਫੋਨ ਆਇਆ ਸੀ। ਇਹ ਸੁਮੇਧ ਸਿੰਘ ਸੈਣੀ ਦਾ ਐਫੀਡੇਵਿਟ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਮੋਹਰੇ, ਪਰ ਇਹਦੇ ਬਾਵਜੂਦ ਅੱਜ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਭਰਾਓ। ਔਰ ਸਾਨੂੰ ਇਹ ਗੱਲ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਕਿ ਇੱਥੇ ਜਿਹੜਾ ਕਾਨੂੰਨ ਹੈ ਨਾ, ਉਹ ਤਾਕਤਵਰ ਲੋਕਾਂ ਲਈ ਹੋ ਰਿਹਾ ਤੇ ਆਮ ਗਰੀਬ ਗੁਰਬਿਆਂ ਵਾਸਤੇ ਹੋ ਰਿਹਾ। ਨਾ ਕਿਸੇ ਬਾਦਲ ਨੂੰ ਸਜ਼ਾ ਹੋਈ, ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਖਾ ਗਏ, ਨਾ ਕਿਸੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੋਈ। ਜਿਹੜੀ ਕੀਤੀ ਉਹ ਬਾਦਲ ਹੁਣੀ ਜਾਣ ਤੋਂ ਪਹਿਲਾਂ ਉਹਦੇ ਵਿੱਚ ਕਲੋਜ਼ਰ ਰਿਪੋਰਟਸ ਫਾਈਲ ਕਰਕੇ 10,000 ਕਾਗਜ਼ਾਂ ਦੀ ਚਾਰਜ ਸ਼ੀਟ ਫਾਈਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਇਸੇ ਵਿਜੀਲੈਂਸ ਨੇ, ਜਿਹੜੀ ਲੁਧਿਆਣਾ ਸਿਟੀ ਸੈਂਟਰ ਵਿੱਚ, ਔਰ ਉਹਦਾ ਘੱਟੋ ਘੱਟ 1000 ਕਰੋੜ ਰੁਪਈਆ ਡੈਮੇਜਸ ਦਿੱਤੇ ਜਾ ਰਹੇ ਨੇ ਲੁਧਿਆਣਾ ਸਿਟੀ ਸੈਂਟਰ ਦੀ ਜਿਹੜੀ ਫਰਮ ਜਿਹਨੂੰ ਠੇਕਾ ਅਲਾਟ ਹੋਇਆ ਸੀਗਾ, ਕਿਉਂਕਿ ਉਹ ਕੇਸ ਝੂਠਾ ਪਾਇਆ ਗਿਆ। ਨਾ ਕੈਪਟਨ ਦੇ ਖਿਲਾਫ ਕੋਈ ਕਾਰਵਾਈ, ਨਾ ਬਾਦਲ ਦੇ ਖਿਲਾਫ ਕੋਈ ਕਾਰਵਾਈ, ਨਾ ਸੁਮੇਧ ਸਿੰਘ ਸੈਣੀ ਵਰਗੇ ਜਿਨ੍ਹਾਂ ਨੇ ਕੋਲਡ ਬਲੱਡਡ ਫੇਕ ਇਨਕਾਊਂਟਰਸ ਕੀਤੇ, ਨਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ। ਔਰ ਹਾਸੋਹੀਣੀ ਗੱਲ ਇਹ ਆ ਕਿ ਇਸ ਦੇਸ਼ ਵਿੱਚ ਆ ਹੁਣੇ ਅੱਜ ਕੱਲ੍ਹ 'ਚ ਖਬਰਾਂ ਆਈਆਂ ਕਿ ਬਾਬਰੀ ਮਸਜਿਦ ਨੂੰ ਢਾਉਣ ਦੀਆਂ ਜਿਹੜੇ ਸਾਜ਼ਿਸ਼ ਵਿੱਚ FIR ਦਰਜ ਹੋਈ ਸੀ, ਉਹ ਅੰਦਾਜ਼ਾ ਲਾ ਲਓ ਤੁਸੀਂ, 1992 ਦਾ ਕੇਸ ਚੱਲੀ ਤੁਰਿਆ ਆਉਂਦਾ ਉਹਦੇ 'ਚ LK ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਜਿਹੜੇ ਮੇਨ ਅਕਿਊਜ਼ ਸੀਗੇ। ਹੁਣ ਸੁਪਰੀਮ ਕੋਰਟ ਨੇ ਫਿਰ ਆਦੇਸ਼ ਦਿੱਤੇ ਨੇ ਕਿ ਇਸ ਕੇਸ ਨੂੰ ਫਾਸਟ ਟਰੈਕ ਕੀਤਾ ਜਾਵੇ, ਤੇਜ਼ ਕੀਤਾ ਜਾਵੇ, ਕਿਸੇ ਅੰਜਾਮ ਤੇ ਲਿਆਂਦਾ ਜਾਵੇ। ਤੁਸੀਂ ਅੰਦਾਜ਼ਾ ਲਾ ਲਓ 30 ਸਾਲ ਦੇ ਕੇਸ ਹਲੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਤੇਜ਼ ਕਰੋ। ਔਰ ਮੇਰੇ ਤੋਂ ਇੱਥੇ ਕਿਤੇ ਲਿਖਾ ਲਓ ਕਿ ਇਸ ਬਾਬਰੀ ਮਸਜਿਦ ਦੇ ਕੇਸ ਵਿੱਚ LK ਅਡਵਾਨੀ ਸਮੇਤ ਮੁਰਲੀ ਮਨੋਹਰ ਜੋਸ਼ੀ ਸਾਰੇ ਬਰੀ ਹੋਣਗੇ, ਕਿਉਂਕਿ ਜਦ ਬਾਬਰੀ ਮਸਜਿਦ ਨੂੰ ਢਾਉਣ ਨੂੰ ਹੀ ਜਾਇਜ਼ ਕਰਾਰ ਦਿੱਤਾ ਸੁਪਰੀਮ ਕੋਰਟ ਨੇ ਤੇ ਉਹਨਾਂ ਕੋਲ ਜਗ੍ਹਾ ਹੀ ਉੱਥੇ ਖੋਲੀ, ਤੇ ਫਿਰ ਬਾਕੀ ਕੀ ਰਹਿ ਗਿਆ? ਉਹਦੇ 'ਚ ਫਿਰ ਸਾਜ਼ਿਸ਼ ਕਾਹਦੀ ਰਹਿ ਗਈ ਹੈ? ਇਹ ਪਹਿਲਾਂ ਲਿਖਿਆ ਹੋਇਆ ਵਾ ਕਿ ਅਡਵਾਨੀ ਸਾਹਿਬ ਤੇ ਮੁਰਲੀ ਮਨੋਹਰ ਜੋਸ਼ੀ ਬਰੀ ਹੋਣਗੇ। ਔਰ ਮੇਰੀ ਗੱਲ ਇਹ ਵੀ ਨੋਟ ਕਰ ਲੈਣਾ, ਮਾਫ ਕਰਨਾ, ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਮੰਨ ਲਿਆ ਕਿ FIR ਦਰਜ ਕਰਤੀ ਸੁਮੇਧ ਸਿੰਘ ਸੈਣੀ ਦੇ ਖਿਲਾਫ, ਲੇਕਿਨ ਇਸ ਦੇਸ਼ ਦਾ ਸਿਸਟਮ, ਇੱਥੋਂ ਦੀਆਂ ਜਿਹੜੀ ਡੀਪ ਸਟੇਟ ਪਾਲਿਸੀ ਕਹਿੰਦੇ ਆ, ਡੂੰਗੀ ਅੰਦਰਲੀ ਨੀਤੀ ਜਿਹੜੀ ਆ, ਚਾਹੇ ਉਹ ਕੋਈ ਸਰਕਾਰ ਹੋਵੇ, ਇਸ ਵਿਅਕਤੀ ਨੂੰ ਕਦੀ ਵੀ ਉਹ ਸਜ਼ਾ ਨਹੀਂ ਹੋਣ ਦੇਣਗੇ। ਪਰ ਮੈਨੂੰ ਜਿਹੜਾ ਰੰਜ ਤੇ ਦੁੱਖ ਹੈਗਾ ਕਿ ਇੱਕ ਪਾਸੇ ਬਾਦਲ ਦਾ ਟੱਬਰ ਕਹਿੰਦਾ ਅਸੀਂ ਪੰਥਕ ਆ, ਅਸੀਂ ਅਕਾਲੀ ਆ, ਅਸੀਂ ਸਿੱਖ ਹਤੈਸ਼ੀ ਆ, ਅਸੀਂ ਪੰਜਾਬ ਹਤੈਸ਼ੀ ਆ, ਤੇ DGP ਉਸ ਨੂੰ ਲਾਉਂਦੇ ਨੇ ਜਿਹੜਾ ਪੰਜਾਬ ਦਾ ਕਾਤਲ ਸੀ, ਜਿਹੜਾ ਸਿੱਖਾਂ ਦਾ ਕਾਤਲ ਸੀ। ਜਿਹੜਾ ਪੰਜਾਬ ਦੇ ਵਿਵਾਦਿਤ ਸਾਬਕਾ DGP ਸੁਮੇਧ ਸੈਣੀ ਖਿਲਾਫ 6 ਮਈ ਦੀ ਸ਼ਾਮ ਨੂੰ ਮੋਹਾਲੀ ਪੁਲਿਸ ਨੇ ਫੇਜ਼ 7 ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਸੁਮੇਧ ਸੈਣੀ ਨੇ ਹਿਮਾਚਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਹਿਮਾਚਲ ਪੁਲਿਸ ਨੇ ਨਾਕੇ ਤੋਂ ਹੀ ਮੋੜ ਦਿੱਤਾ ਸੀ। ਸੂਤਰਾਂ ਮੁਤਾਬਕ ਸੁਮੇਧ ਸੈਣੀ ਇਸ ਵਕਤ ਦਿੱਲੀ ਵਿੱਚ ਮੌਜੂਦ ਹੈ। ਮੋਹਾਲੀ ਦੀ ਅਦਾਲਤ ਸੁਮੇਧ ਸੈਣੀ ਦੀ ਇੰਟਰਮ ਬੇਲ ਵੀ ਖਾਰਜ ਕਰ ਚੁੱਕੀ ਹੈ ਅਤੇ ਸੈਣੀ ਦੇ ਵਕੀਲ ਸਤਨਾਮ ਸਿੰਘ ਕਲੇਰ ਵੀ ਸੈਣੀ ਦਾ ਕੇਸ ਲੜਨ ਤੋਂ ਇਨਕਾਰ ਕਰ ਚੁੱਕੇ ਨੇ। ਬਿਊਰੋ ਰਿਪੋਰਟ, ਦਾ ਖਾਲਸ TV। ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ TV ਧਰਮ।